ਹੈਲੋ ਫਰੈਂਡਸ, ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਮੇਰੇ ਚੈਨਲ ਅਨਲ ਸੰਧੂ ਕੋਚਿੰਗ ਹਬ ਦੇ ਵਿੱਚ। ਅੱਜ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਟੌਪਿਕ ਲੈ ਕੇ ਆਈ ਹਾਂ ਬ੍ਰਿਟਿਸ਼ ਭਾਰਤ ਦੇ ਵਿੱਚ ਸੰਵਿਧਾਨਿਕ ਵਿਕਾਸ, ਜੋ ਕਿ ਰਾਜਨੀਤੀ ਦੀ ਆਪਣੇ ਪੋਲੀਟੀਕਲ ਸਾਇੰਸ ਦੀ ਜੋ ਬੇਸ ਹੈ, ਫਸਟ ਤੋਂ ਜੋ ਸੰਵਿਧਾਨ ਹੈ ਉਸ ਦਾ ਕਿਸ ਤਰ੍ਹਾਂ ਵਿਕਾਸ ਹੋਇਆ। ਨੈਕਸਟ ਉਸ 'ਤੇ ਆਪਾਂ ਟੌਪਿਕ ਕਰਦੇ ਜਾਵਾਂਗੇ ਅੱਗੇ। ਅੱਜ ਸਭ ਤੋਂ ਪਹਿਲਾਂ ਫਸਟ ਵੀਡੀਓ ਦੇ ਵਿੱਚ ਅਸੀਂ ਇਸ ਦੀ ਬੈਕਗਰਾਊਂਡ ਬਾਰੇ ਜਾਣਾਂਗੇ ਕਿ ਸਾਡੇ ਸੰਵਿਧਾਨ ਦਾ ਜਿਹੜਾ ਵਿਕਾਸ ਸੀ ਉਹ ਕਿਸ ਤਰ੍ਹਾਂ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਸ ਪੂਰੇ 1 ਈਅਰ ਦੇ ਵਿੱਚ ਮੈਨੂੰ ਬਹੁਤ ਸਪੋਰਟ ਕੀਤੀ, ਮੇਰੇ ਚੈਨਲ ਨੂੰ ਬਹੁਤ ਸਪੋਰਟ ਕੀਤੀ। ਮੇਰੇ ਵੀਡੀਓ ਅਪਲੋਡ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦਿੰਦੇ ਰਹੇ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਨਾਲ ਹੀ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਅਤੇ ਵੀਡੀਓ ਅਗਰ ਤੁਹਾਨੂੰ ਪਸੰਦ ਆ ਰਹੀ ਹੋਵੇ ਤਾਂ ਪਲੀਜ਼ ਲਾਈਕ ਵੀ ਕਰੋ। ਅਗਰ ਮੇਰੀ ਕੁਝ ਕਮੀਆਂ ਨੇ ਤਾਂ ਪਲੀਜ਼ ਮੈਨੂੰ ਦੱਸੋ, ਮੈਂ ਉਹਨਾਂ ਨੂੰ ਹੋਰ ਵੀ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਭਾਰਤ ਦੇ ਵਿੱਚ ਸੰਵਿਧਾਨ ਦਾ ਜਿਹੜਾ ਵਿਕਾਸ ਸੀ ਉਹ ਕਿਸ ਤਰ੍ਹਾਂ ਹੋਇਆ। ਮੈਂ ਇਸ ਨੂੰ 3 ਪਾਰਟ ਦੇ ਵਿੱਚ ਲੈ ਕੇ ਆਵਾਂਗੀ। ਅੱਜ ਮੈਂ ਫਸਟ ਪਾਰਟ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ, ਕਦੋਂ ਹੋਈ? 31 ਦਸੰਬਰ 1600 ਈਸਵੀ ਦੇ ਵਿੱਚ ਲੰਦਨ ਦੇ ਕੁਝ ਵਪਾਰੀ ਆਏ ਸੀ ਭਾਰਤ ਦੇ ਵਿੱਚ, ਜਿਨ੍ਹਾਂ ਨੇ ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਜਿਹੜੀ ਸੀ ਸਥਾਪਨਾ ਕੀਤੀ ਸੀ। ਅਤੇ ਇੰਗਲੈਂਡ ਦੀ ਮਹਾਰਾਣੀ ਸੀ ਐਲਿਜ਼ਾਬੈਥ। ਕੌਣ ਸੀ ਜੀ? ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਫਸਟ ਨੇ ਇੱਕ ਚਾਰਟਰ ਐਕਟ ਦੇ ਦੁਆਰਾ ਕੰਪਨੀ ਨੂੰ 15 ਸਾਲ ਦੇ ਲਈ ਭਾਰਤ ਦੇ ਨਾਲ ਅਤੇ ਦੱਖਣ ਪੂਰਬੀ ਏਸ਼ੀਆ ਦੇ ਨਾਲ ਵਪਾਰ ਕਰਨ ਦਾ ਏਕਾਧਿਕਾਰ ਪ੍ਰਦਾਨ ਕਰ ਦਿੱਤਾ ਸੀ। ਠੀਕ ਹੈ ਜੀ। ਅਤੇ ਅੱਗੇ ਇਸ ਕੰਪਨੀ ਦਾ ਸੰਚਾਲਨ ਕਰਨ ਲਈ 2 ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਬੋਰਡ ਆਫ ਪ੍ਰੋਪਰਟੀਜ਼, ਜਿਸ ਨੂੰ ਕਿਹਾ ਜਾਂਦਾ ਸੀ, ਅਤੇ ਦੂਸਰੀ ਸੀ ਕੋਰਟ ਆਫ ਡਾਇਰੈਕਟਰਸ। ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਬੋਰਡ ਆਫ ਪ੍ਰੋਪਰਟੀਜ਼ ਦੇ ਵਿੱਚ ਕੀ ਸੀ। ਇਹ ਸੀ ਜੀ ਇੱਕ ਕੰਪਨੀ ਦੇ ਸਾਂਝੇਦਾਰਾਂ ਦੀ ਆਮ ਸਭਾ ਸੀ। ਮਤਲਬ ਕੰਪਨੀ ਦੇ ਜੋ ਵੀ ਸਾਂਝੇਦਾਰ ਸੀਗੇ ਉਹਨਾਂ ਦੀ ਮਤਲਬ ਇੱਕ ਆਮ ਸਭਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜੇ ਕੋਰਟ ਆਫ ਡਾਇਰੈਕਟਰ ਸੀ। ਠੀਕ ਹੈ ਜੀ। ਨੈਕਸਟ ਜੋ ਹੈ ਆਪਣਾ ਕੋਰਟ ਆਫ ਡਾਇਰੈਕਟਰਸ ਹੈ, ਉਸ ਦੇ ਜਿਹੜੇ 25 ਮੈਂਬਰਾਂ ਦੀ ਚੋਣ ਸੀ ਉਹ ਇਸ ਬੋਰਡ ਆਫ ਡਾਇਰੈਕਟਰਸ ਦੇ ਦੁਆਰਾ ਕੀਤੀ ਜਾਂਦੀ ਸੀ। ਠੀਕ ਹੈ ਜੀ। ਅਤੇ ਕੰਪਨੀ ਦੇ ਕੋਰਟ ਆਫ ਡਾਇਰੈਕਟਰ ਦੇ ਵਿੱਚ ਕੀ ਸੀ, ਅਤੇ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਾਰੇ ਪ੍ਰਮੁੱਖ ਵਿਅਕਤੀ ਸੀ, ਮਤਲਬ ਈਸਟ ਇੰਡੀਆ ਕੰਪਨੀ ਦੇ ਵਿੱਚ ਜਿੰਨੇ ਵੀ ਕੰਮ ਕਰਨ ਵਾਲੇ ਪ੍ਰਮੁੱਖ ਵਿਅਕਤੀ ਸੀਗੇ, ਉਹਨਾਂ ਸਾਰਿਆਂ ਦੀ ਜਿਹੜੀ ਨਿਯੁਕਤੀ ਸੀ ਉਹ ਕੋਰਟ ਆਫ ਡਾਇਰੈਕਟਰਸ ਦਾ ਕੰਮ ਸੀ ਨਿਯੁਕਤੀ ਕਰਨ ਦਾ। ਠੀਕ ਹੈ ਜੀ। ਅਤੇ ਇਸ ਦੇ ਵਿੱਚ ਕੁਝ ਮੇਨ ਪੁਆਇੰਟ ਨੇ ਕਿ ਕੰਪਨੀ ਸੀ ਜਿਹੜੀ ਆਰੰਭ ਦੇ ਵਿੱਚ ਸਿਰਫ ਇੱਕ ਵਪਾਰਕ ਕੰਪਨੀ ਸੀ, ਜੋ ਕਿ 1757 ਈਸਵੀ ਵਿੱਚ ਪਲਾਸੀ ਦਾ ਜਿਹੜਾ ਯੁੱਧ ਹੋਇਆ ਸੀ ਉਸ ਦੀ ਜਿੱਤ ਤੋਂ ਬਾਅਦ ਸੀ ਜਿਹੜੀ ਕੰਪਨੀ ਸੀ ਉਹ ਬੰਗਾਲ, ਬਿਹਾਰ, ਉੜੀਸਾ ਦੀ ਅਸਲੀ ਮਾਲਕ ਬਣ ਗਈ ਸੀ। ਪਹਿਲਾਂ ਕੀ ਸੀ, ਸਿਰਫ ਇੱਕ ਵਪਾਰਿਕ ਕੰਪਨੀ ਸੀ, ਮਤਲਬ ਵਪਾਰ ਕਰਨ ਦੇ ਉਦੇਸ਼ ਦੇ ਨਾਲ ਹੀ ਭਾਰਤ ਦੇ ਵਿੱਚ ਇੱਕ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ। ਲੇਕਿਨ 1757 ਈਸਵੀ ਦਾ ਜਿਹੜਾ ਪਲਾਸੀ ਦੀ ਲੜਾਈ ਹੋਈ ਸੀ, ਕੰਪਨੀ ਉਸ ਦੇ ਵਿੱਚ ਜਿੱਤ ਗਈ ਅਤੇ ਉਸ ਦੀ ਲਾਲਸਾ ਵਧਣ ਲੱਗੀ ਅਤੇ ਉਹਨਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੇ ਉੱਪਰ ਆਪਣਾ ਅਸਲੀ ਮਾਲਕ ਬਣ ਗਏ। ਮਤਲਬ ਉਹਨਾਂ ਦੇ ਉੱਪਰ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਅਤੇ ਰਾਜਨੀਤਿਕ ਪਾਵਰ ਆਪਣੇ ਹੱਥਾਂ ਦੇ ਵਿੱਚ ਲੈ ਲਈ। ਠੀਕ ਹੈ ਜੀ। ਅਤੇ ਇਹਨਾਂ ਪ੍ਰਾਂਤਾਂ ਦੀ ਰਾਜਨੀਤਿਕ ਸੱਤਾ ਸੀ ਜਿਹੜੀ ਉਹ ਹੱਥ ਵਿੱਚ ਆਉਂਦੇ ਹੀ ਕੰਪਨੀ ਅਤੇ ਉਸਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਉਚਿਤ ਅਤੇ ਅਣਉਚਿਤ ਤਰੀਕੇ ਨਾਲ ਬਹੁਤ ਸਾਰਾ ਧਨ ਕਮਾਇਆ। ਮਤਲਬ ਕਿ ਕਹਿ ਲਓ ਕਿ ਜਾਇਜ਼ ਤਰੀਕੇ ਨਾਲ ਵੀ ਅਤੇ ਨਾਜਾਇਜ਼ ਤਰੀਕੇ ਨਾਲ ਵੀ ਧਨ ਕਮਾਉਣ ਦੀ ਉਹਨਾਂ ਦੀ ਲਾਲਸਾ ਸੀ ਜਿਹੜੀ ਵੱਧਦੀ ਗਈ। ਅਤੇ ਇਸ ਦਾ ਜਿਹੜਾ ਜ਼ਿਕਰ ਸੀ ਉਹ ਹੁਣ ਇੰਗਲੈਂਡ ਦੇ ਤੱਕ ਵੀ ਹੋਣ ਲੱਗ ਗਿਆ ਸੀ। ਕੰਪਨੀ ਦੀ ਲਾਲਸਾ ਵਧੀ ਅਤੇ ਮਤਲਬ ਉਸ ਤੋਂ ਬਾਅਦ ਉਹਨਾਂ ਨੇ ਦੱਖਣੀ ਭਾਰਤ ਦੇ ਵਿੱਚ ਉਹ ਯੁੱਧਾਂ ਦੇ ਵਿੱਚ ਮਗਨ ਹੋ ਗਏ। ਦੱਖਣ ਭਾਰਤ ਦੇ ਵਿੱਚ ਕੁਝ ਆਪਣੇ ਰਾਜਾਂ ਦੇ ਨਾਲ ਉਹਨਾਂ ਨੇ ਆਪਣਾ ਯੁੱਧ ਸ਼ੁਰੂ ਕਰ ਲਿਆ ਅਤੇ ਉੱਧਰ ਕੰਪਨੀ ਦੀ ਜਿਹੜੀ ਹਾਲਤ ਸੀਗੀ ਉਹ ਵਿਗੜਨ ਲੱਗ ਗਈ ਅਤੇ ਜਿਹੜੀ ਕੰਪਨੀ ਸੀ ਉਸ ਨੂੰ ਮਜਬੂਰ ਹੋ ਕੇ ਉਸ ਨੂੰ ਬ੍ਰਿਟਿਸ਼ ਸਰਕਾਰ ਤੋਂ 10 ਲੱਖ ਪਾਉਂਡ ਦਾ ਜਿਹੜਾ ਕਰ ਸੀਗਾ ਉਹਨੇ ਸਰਕਾਰ ਤੋਂ ਮੰਗਿਆ ਸੀ। ਠੀਕ ਹੈ ਜੀ। ਨੈਕਸਟ ਇਸ ਦੇ ਵਿੱਚ ਹੈਗਾ ਕਿ ਉਸ ਸਮੇਂ ਜੋ ਪ੍ਰਧਾਨ ਮੰਤਰੀ ਸੀਗੇ ਇੰਗਲੈਂਡ ਦੇ, ਕੌਣ ਸੀਗੇ? ਉਹ ਲਾਰਡ ਨਾਥ। ਉਹਨਾਂ ਨੇ ਕੰਪਨੀ ਨੂੰ ਇਸ ਜਿਹੜੇ ਕਰ ਦੇ ਪ੍ਰਾਰਥਨਾ ਪੱਤਰ ਨੂੰ
ਬ੍ਰਿਟਿਸ਼ ਸੰਸਦ ਦੀ ਮਨਜ਼ੂਰੀ ਦੇ ਲਈ ਭੇਜ ਦਿੱਤਾ। ਠੀਕ ਹੈ ਜੀ। ਅਤੇ ਸੰਸਦ ਨੇ ਇਸ ਪ੍ਰਾਰਥਨਾ ਪੱਤਰ ਦੀ ਜਾਂਚ ਦੇ ਲਈ ਇੱਕ ਪਾਵਰ ਸਮਿਤੀ ਦੀ ਨਿਯੁਕਤੀ ਕੀਤੀ ਸੀਗੀ। ਮਤਲਬ ਜੋ ਉਹਨਾਂ ਨੇ ਪ੍ਰਾਰਥਨਾ ਪੱਤਰ ਲਾਰਡ ਨਾਥ ਨੇ ਆਪਣੇ ਸੰਸਦ ਦੇ ਵਿੱਚ ਪੇਸ਼ ਕੀਤਾ ਅਤੇ ਉਸ ਦੀ ਫਿਰ ਇੱਕ ਜਾਂਚ ਕੀਤੀ ਗਈ ਅਤੇ ਉਸ ਜਾਂਚ ਦੇ ਲਈ ਇੱਕ ਸਮਿਤੀ ਨਿਯੁਕਤ ਕੀਤੀ ਜਿਸ ਨੂੰ ਪਾਵਰ ਸਮਿਤੀ ਕਿਹਾ ਜਾਂਦਾ ਹੈ। ਅਤੇ ਇਸ ਸਮਿਤੀ ਨੇ ਆਪਣੀ ਜਿਹੜੀ ਰਿਪੋਰਟ ਸੀ ਉਹ ਪੇਸ਼ ਕੀਤੀ, ਤਾਂ ਰਿਪੋਰਟ ਦੇ ਆਧਾਰ 'ਤੇ ਸੰਸਦ ਨੇ 2 ਅਧਿਨਿਯਮ ਪਾਰਿਤ ਕੀਤੇ। ਮਤਲਬ ਜਿਹੜੀ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਤਾਂ ਉਸ ਦੇ ਆਧਾਰ 'ਤੇ ਸੰਸਦ ਨੇ 2 ਅਧਿਨਿਯਮ ਕੀ ਸੀ ਪਾਸ ਕੀਤੇ ਜਾਂ ਪਾਰਿਤ ਕੀਤੇ। ਠੀਕ ਹੈ ਜੀ। ਪਹਿਲੇ ਦੇ ਅਨੁਸਾਰ ਉਹਨਾਂ ਨੇ ਕੀ ਕਿਹਾ, ਫਸਟ ਦੇ ਅਨੁਸਾਰ ਕਿ ਕੰਪਨੀ ਆ ਜਿਹੜੀ ਉਹ 4% ਦੇ ਵਿਆਜ ਦੀ ਦਰ 'ਤੇ 14 ਲੱਖ ਪਾਉਂਡ ਦਾ ਕਰ ਦਿੱਤਾ ਜਾਵੇਗਾ। ਕੀ ਕਿਹਾ ਗਿਆ ਜੀ ਕਿ ਪਹਿਲੇ ਦੇ ਅਨੁਸਾਰ ਕੰਪਨੀ ਨੂੰ ਮਤਲਬ ਈਸਟ ਇੰਡੀਆ ਕੰਪਨੀ ਨੂੰ 4% ਦਰ ਦੀ ਵਿਆਜ ਲੱਗੂਗੀ ਅਤੇ 14 ਲੱਖ ਪਾਉਂਡ ਦਾ ਉਹਨਾਂ ਨੂੰ ਕਰ ਦੇ ਦਿੱਤਾ ਜਾਵੇਗਾ। ਅਤੇ ਸੈਕਿੰਡ ਦੇ ਅਨੁਸਾਰ ਕਿਹਾ ਗਿਆ ਕਿ ਕੰਪਨੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ 'ਤੇ ਨਿਰੰਤਰਨ ਲੱਗੇ, ਮਤਲਬ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਉਸ 'ਤੇ ਪੂਰਾ ਕੰਟਰੋਲ ਕਰਨ ਦੇ ਲਈ 1777 ਈਸਵੀ ਦਾ ਪਹਿਲਾ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ, ਇਸ ਤੋਂ ਬਾਅਦ ਹੀ ਆਪਣੇ ਸੰਵਿਧਾਨ ਦਾ ਜਿਹੜਾ ਹੌਲੀ ਵਿਕਾਸ ਹੁੰਦਾ ਗਿਆ, ਜਿਹੜਾ ਕਿ ਸਾਡਾ ਅੱਜ ਦਾ ਜੋ ਸੰਵਿਧਾਨ ਬਣਿਆ ਡਾਕਟਰ BR ਅੰਬੇਦਕਰ ਜੀ ਨੇ ਇਸ ਨੂੰ ਬਣਾਇਆ। ਉਹ ਆਪਣੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹੀ ਇਸ ਦੇ ਕੁਝ ਨਿਯਮ ਸੀ ਜਿਹੜੇ ਉਸ ਦਾ ਬੇਸ ਸੀ ਜਿਹੜਾ ਉਹ ਸ਼ੁਰੂ ਹੋ ਗਿਆ ਸੀ, ਜਿਸ ਨੂੰ ਅੱਗੇ ਆਪਾਂ ਇਸ ਪੂਰੇ ਪਾਰਟ ਆਪਣੇ 3 ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਰੈਗੂਲੇਟਿੰਗ ਐਕਟ ਸੀ ਜਿਹੜਾ, ਇਸ ਐਕਟ ਦਾ ਉਦੇਸ਼ ਸੀ ਕਿ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਗਤੀਵਿਧੀਆਂ ਨੂੰ ਸਰਕਾਰ ਦੀ ਨਿਗਰਾਨੀ ਦੇ ਵਿੱਚ ਲਿਆਂਦਾ ਜਾਵੇ ਅਤੇ ਕੋਰਟ ਆਫ ਡਾਇਰੈਕਟਰਸ ਜਿਨ੍ਹਾਂ ਦਾ ਕਾਰਜਕਾਲ 1 ਸਾਲ ਸੀਗਾ। ਠੀਕ ਹੈ ਜੀ। ਕੋਰਟ ਆਫ ਡਾਇਰੈਕਟਰ ਦਾ ਜਿਹੜਾ ਕਾਰਜਕਾਲ ਸੀ ਉਹ ਪਹਿਲਾਂ 1 ਸਾਲ ਸੀ ਅਤੇ ਉਸ ਦੇ ਸਥਾਨ 'ਤੇ ਉਸ ਨੂੰ 4 ਸਾਲ ਕਰ ਦਿੱਤਾ ਜਾਵੇ। ਠੀਕ ਹੈ ਜੀ। ਉਸ ਤੋਂ ਬਾਅਦ ਬੰਗਾਲ ਦਾ ਜਿਹੜਾ ਸ਼ਾਸਨ ਸੀ ਉਹ ਗਵਰਨਰ ਜਨਰਲ, ਮਤਲਬ ਇੱਕ ਗਵਰਨਰ ਜਨਰਲ, ਬੰਗਾਲ ਦਾ ਸ਼ਾਸਨ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਇੱਕ ਪਰਿਸ਼ਦ ਦੇ ਅਧੀਨ ਕਰ ਦਿੱਤਾ ਜਾਵੇ। ਠੀਕ ਹੈ ਜੀ। ਅਤੇ ਇਸ ਦੇ ਵਿੱਚ ਵਾਰਨ ਹੇਸਟਿੰਗਸ ਨੂੰ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਾਇਆ ਗਿਆ। ਕਿਸ ਨੂੰ ਬਣਾਇਆ ਗਿਆ ਜੀ? ਵਾਰਨ ਹੇਸਟਿੰਗਸ ਜੋ ਸੀਗੇ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਬਣੇ ਸੀ। ਠੀਕ ਹੈ ਜੀ। ਅਤੇ ਯੁੱਧ ਅਤੇ ਸੰਧੀਕਰਨ ਦੇ ਮਾਮਲੇ ਦੇ ਵਿੱਚ ਬੰਬਈ ਅਤੇ ਯੁੱਧ ਅਤੇ ਸੰਧੀਕਰਨ ਦੇ ਮਾਮਲੇ ਦੇ ਵਿੱਚ ਬੰਬਈ ਅਤੇ ਮਦਰਾਸ ਦੇ ਜਿਹੜੀਆਂ ਪ੍ਰੈਜ਼ੀਡੈਂਸੀਆਂ ਸੀ ਉਹਨਾਂ ਨੇ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਕਰ ਦਿੱਤੀਆਂ ਗਈਆਂ। ਅਤੇ ਇਸ ਐਕਟ ਦੇ ਅਧੀਨ ਹੀ ਜੋ ਇੰਪੋਰਟੈਂਟ ਪੁਆਇੰਟ ਹੈ ਇਸ ਦੇ ਵਿੱਚ ਉਹ ਕੀ ਹੈ ਜੀ, ਇਸ ਦੇ ਵਿੱਚ ਇੰਪੋਰਟੈਂਟ ਪੁਆਇੰਟ ਬਣਦੇ ਨੇਗੇ ਕਿ ਬੰਗਾਲ ਦਾ ਗਵਰਨਰ ਜਨਰਲ, ਇੱਕ ਗਵਰਨਰ ਜਨਰਲ ਅਤੇ 4 ਮੈਂਬਰਾਂ ਦੇ ਉਸਦੀ ਪਰਿਸ਼ਦ। ਕਿਸ ਨੂੰ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਾਇਆ ਗਿਆ? ਵਾਰਨ ਹੇਸਟਿੰਗਸ ਨੂੰ। ਰੈਗੂਲੇਟਿੰਗ ਐਕਟ ਦਾ ਮੁੱਖ ਉਦੇਸ਼ ਕੀ ਸੀ? ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਗਤੀਵਿਧੀਆਂ ਨੂੰ ਸਰਕਾਰ ਦੀ ਨਿਗਰਾਨੀ ਦੇ ਵਿੱਚ ਲਿਆਉਣਾ। ਠੀਕ ਹੈ ਜੀ। ਅਤੇ ਯੁੱਧ ਇਸ ਤੋਂ ਬਾਅਦ ਇਸ ਦੇ ਵਿੱਚ ਸਭ ਤੋਂ ਮੇਨ ਪੁਆਇੰਟ ਬਣ ਰਿਹਾ ਜਿਹੜਾ ਉਹ ਹੈਗਾ ਕਿ 1774 ਈਸਵੀ ਦੇ ਵਿੱਚ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਅਤੇ ਇਸ ਦੇ ਜਿਹੜੇ ਮੁੱਖ ਜੱਜ ਸੀਗੇ ਉਹ ਕਿਸ ਨੂੰ ਬਣਾਇਆ ਗਿਆ? ਸਰ ਇਜਲਾਸ ਨੂੰ। ਹਾਂਜੀ, ਕਿਸ ਨੂੰ ਬਣਾਇਆ ਗਿਆ? ਮੁੱਖ ਜੱਜ, ਇਸ ਦੇ ਪਹਿਲੇ ਮੁੱਖ ਜੱਜ ਸਰ ਇਲਿਜ਼ਾਹ ਨੂੰ। ਠੀਕ ਹੈ ਜੀ, ਬਣਾਇਆ ਗਿਆ। ਠੀਕ ਹੈ ਜੀ। ਇਹ ਸੀ ਜੀ ਅੱਜ ਦਾ ਆਪਣਾ ਟੌਪਿਕ ਹੈ ਰੈਗੂਲੇਟਿੰਗ ਐਕਟ ਦੇ ਵਿੱਚ। ਨੈਕਸਟ ਅਸੀਂ ਈਸਟ ਇੰਡੀਆ ਐਕਟ 1784 ਔਰ ਉਸ ਤੋਂ ਬਾਅਦ ਚਾਰਟਰ ਐਕਟ 1793 ਅੱਗੇ ਆਪਾਂ ਆਪਣੇ ਇਸ ਵੀਡੀਓ ਦੇ ਵਿੱਚ ਅੱਗੇ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਜੀ। ਅਗਰ ਤੁਹਾਨੂੰ ਅੱਜ ਦਾ ਮੇਰਾ ਵੀਡੀਓ ਪਸੰਦ ਆਇਆ ਹੋਵੇ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰੋ ਅੱਗੇ ਫਰੈਂਡਸ ਦੇ ਵਿੱਚ ਜੋ ਵੀ PTET CTET ਜਾਂ ਫਿਰ ਮਾਸਟਰ ਕੈਡਰ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਸਭ ਦੇ ਲਈ। ਔਰ ਇਹ ਟੌਪਿਕ 8th ਕਲਾਸ ਔਰ 9th ਕਲਾਸ ਦੇ ਵਿੱਚ ਵੀ ਹਿਸਟਰੀ ਦੇ ਟੌਪਿਕ ਦੇ ਵਿੱਚ ਆਉਂਦਾ, ਹਿਸਟਰੀ ਵਿੱਚ ਆਉਂਦਾ ਹੈ ਅਤੇ ਇਹ ਪੰਜਾਬ PSB ਸਕੂਲ ਐਜੂਕੇਸ਼ਨ ਬੋਰਡ ਦੇ ਵਿਦਿਆਰਥੀਆਂ ਦੇ ਲਈ ਵੀ ਬਹੁਤ ਬੈਨੀਫਿਟ ਟੌਪਿਕ ਹੈ। ਉਹ ਵੀ ਆਪਣਾ ਇਹ ਟੌਪਿਕ ਇਸ ਤੋਂ ਤਿਆਰ ਕਰ ਸਕਦੇ ਹਨ ਅਤੇ ਆਪਣੀ ਸਟੱਡੀ ਨੂੰ ਅੱਗੇ ਰੈਗੂਲਰ ਕਰ ਸਕਦੇ ਹਨ। ਜੋ ਵੀ ਕੈਂਡੀਡੇਟ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਸਾਰਿਆਂ ਦੇ ਲਈ ਬਹੁਤ ਬੈਨੀਫਿਸ਼ੀਅਲਸ ਟੌਪਿਕ ਹੈ, ਪੁਆਇੰਟ ਨੇ। ਪਲੀਜ਼ ਜ਼ਰੂਰ ਕੇਅਰਫੁਲੀ ਵਾਚ ਕਰੋ, ਵੀਡੀਓ ਫੁੱਲ ਵਾਚ ਕਰੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਅਗਰ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਕੋਈ ਵੀ ਪ੍ਰੋਬਲਮ ਲੱਗੇ, ਪਲੀਜ਼ ਮੈਨੂੰ ਕਮੈਂਟ ਵਿੱਚ ਆ ਕੇ ਜ਼ਰੂਰ ਦੱਸੋ।
ਧੰਨਵਾਦ ਜੀ।